ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਤਿਹਾਸ ਪੰਜਾਬੀਆਂ ਦੇ ਇੱਕ ਹੋਰ ਐਪੀਸੋਡ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਕੈਨੇਡਾ ਨੇ ਇਸ ਸਾਲ 150 ਸਾਲ ਪੂਰੇ ਕੀਤੇ ਨੇ ਤੇ ਇਸ ਵਿੱਚ 100 ਸਾਲਾਂ ਦਾ ਇਤਿਹਾਸ ਪੰਜਾਬੀਆਂ ਦਾ ਵੀ ਹੈ। ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਪੰਜਾਬਣ ਦੇ ਨਾਲ ਜਿਨ੍ਹਾਂ ਨੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਾਇਆ ਹੈ। ਗੱਲ ਕਰ ਰਹੇ ਹਾਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੀ। ਪੰਜਾਬੀਆਂ ਦੇ ਸਫ਼ਰ ਵਿੱਚ ਸਾਡੇ ਅੱਜ ਦੇ ਖਾਸ ਮਹਿਮਾਨ ਨੇ ਬ੍ਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋਨੀਆ ਜੀ, ਬਹੁਤ ਹੀ ਬਿਊਟੀਫੁਲ ਰਾਈਡਿੰਗ ਹੈਗੀ ਹੈ ਤੁਹਾਡੀ ਬ੍ਰੈਂਪਟਨ ਸਾਊਥ ਤੇ ਕਰੀਬ 1.5 ਸਾਲ ਦਾ ਸਮਾਂ ਅਸੀਂ ਕਹੀਏ ਕਿ ਹੋ ਚੁੱਕਿਆ ਹੈ ਤੁਹਾਡੇ ਪੋਲੀਟੀਸ਼ੀਅਨ ਦੇ ਇਸ ਕਰੀਅਰ ਨੂੰ। ਕਿਸ ਤਰ੍ਹਾਂ ਦੇਖਦੇ ਹੋ ਆਪਣੇ ਇਸ 1.5 ਸਾਲ ਦੇ ਸਮੇਂ? ਬਿਲਕੁਲ ਜੀ, ਟਾਈਮ ਫਲਾਈਜ਼। ਬਹੁਤ ਹੀ ਚੰਗਾ ਲੱਗਦਾ ਹੈ ਜਦੋਂ ਕਿ ਬਹੁਤ ਅੱਛੀ ਫੀਡਬੈਕ ਮਿਲਦੀ ਹੈ ਤੇ ਚੰਗਾ ਲੱਗਦਾ ਹੈ ਕਿ ਕਮਿਊਨਿਟੀ ਨੇ ਇਸ ਕਾਬਿਲ ਬਣਾਇਆ ਕਿ ਅਸੀਂ ਸਰਵ ਕਰ ਸਕੀਏ ਤਾਂ ਕਿ ਚੰਗੀ ਫੀਡਬੈਕ ਜਦੋਂ ਮਿਲਦੀ ਹੈ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਪਰ ਅੱਜ ਜੋ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਸਾਡਾ ਮਕਸਦ ਹੈ ਇਹ ਜਾਣਨ ਦਾ ਕਿ ਸੋਨੀਆ ਸਿੱਧੂ ਅਪਾਰਟ ਫਰਮ ਅ ਪੋਲੀਟੀਸ਼ੀਅਨ ਹੋਰ ਕਿਸ ਤਰ੍ਹਾਂ ਦੇ ਸੋਨੀਆ ਸਿੱਧੂ ਹੈਗੇ ਨੇ ਜੋ ਲੋਕਾਂ ਦੇ ਸਾਹਮਣੇ ਇੱਕ ਰੂਪ ਅਸੀਂ ਕਹੀਏ ਜੋ ਨਹੀਂ ਆਇਆ। ਪਰਸਨਲੀ ਅਸੀਂ ਤੁਹਾਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਤੁਸੀਂ ਕੰਫਰਟੇਬਲ ਹੋ। ਅਫਕੋਰਸ ਜਦੋਂ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕੈਂਪੇਨ ਵੇਲੇ ਤਾਂ ਦੇਖਿਆ ਸੀ ਕਿ ਪੋਲੀਟਿਕਸ ਵਿੱਚ ਆਉਣ ਬਾਰੇ ਤੁਸੀਂ ਕਦੀ ਸੋਚਿਆ ਨਹੀਂ ਸੀ, ਬਟ ਇੱਕ ਉਹ ਸਬਬ ਬਣਿਆ ਤੁਸੀਂ ਪੋਲੀਟਿਕਸ ਵਿੱਚ ਆਏ ਤੇ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਆਪਣਾ ਇਹ ਜਿਹੜਾ ਹੁਣ ਤੱਕ ਦਾ ਟੈਨਿਓਰ ਹੈ ਇਸ ਨੂੰ ਪੂਰਾ ਕੀਤਾ। ਤੁਹਾਨੂੰ ਲੱਗਦਾ ਹੈ ਕਿ ਯੈਸ ਦਿਸ ਇਜ਼ ਦ ਰਾਈਟ ਫੀਲਡ ਫॉर ਯੂ? ਸਭ ਤੋਂ ਪਹਿਲਾਂ ਤੇ ਇਸੇ ਹੀ ਰਾਈਡਿੰਗ ਦੇ ਵਿੱਚ ਮੈਂ 14+ ਈਅਰਸ ਤੋਂ ਕੰਮ ਕਰ ਰਹੀ ਸੀਗੀ। ਬਿਲਕੁਲ ਠੀਕ ਹੈ, ਉਦੋਂ ਸੋਚਿਆ ਨਹੀਂ ਸੀ ਕਿ ਮੇਨ ਗੱਲ ਸੀ ਕਿ ਸਰਵ ਆਵਰ ਕਮਿਊਨਿਟੀ ਹੈਲਥ ਕੇਅਰ ਫੀਲਡ ਦੇ ਵਿੱਚ ਸੀ ਅਤੇ ਜਦੋਂ ਇੱਧਰ ਆਉਣ ਦਾ ਮੌਕਾ ਮਿਲਿਆ ਉਦੋਂ ਤੋਂ ਲੈ ਕੇ ਹੁਣ ਤੱਕ ਇਹੀ ਸੋਚਿਆ ਕਿ ਉਦੋਂ ਸੀਗਾ ਐਜ਼ ਏ ਹੈਲਥ ਕੇਅਰ, ਪਰ ਹੁਣ ਵੀ ਇਨ ਅ ਹੈਲਥ ਕਮੇਟੀ ਅਤੇ ਹੋਰ ਵੀ ਤਰ੍ਹਾਂ ਨਾਲ ਕਿਸ ਤਰ੍ਹਾਂ ਨਾਲ ਤੁਸੀਂ ਚੰਗੀ ਸਰਵਿਸ ਪ੍ਰੋਵਾਈਡ ਕਰ ਸਕਦੇ ਹੋ। ਕੋਸ਼ਿਸ਼ ਕਰ ਰਹੇ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਐਵਰੀ ਡੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਤਾਂ ਕਿ ਵੱਧ ਤੋਂ ਵੱਧ ਮਿਹਨਤ ਕਰਕੇ ਕਮਿਊਨਿਟੀ ਨੇ ਇੰਨਾ ਪਿਆਰ ਦਿੱਤਾ ਉਸ ਪਿਆਰ ਨੂੰ ਬਰਕਰਾਰ ਰੱਖ ਸਕੀਏ। ਅਤੇ ਕਿੰਨਾ ਕੁ ਮੁਸ਼ਕਿਲ ਤੁਹਾਨੂੰ ਆਪਣੇ ਇਸ ਪੂਰੇ ਸਫ਼ਰ ਵਿੱਚ ਲੱਗਿਆ ਜਦੋਂ ਹੁੰਦਾ ਹੈ ਕਿ ਸ਼ਾਇਦ ਦਿਨ 'ਚ 1 ਮਿੰਟ ਵੀ ਤੁਹਾਡੇ ਕੋਲ ਆਪਣੇ ਲਈ ਨਹੀਂ ਹੈਗਾ? ਐਵਰੀ ਡੇ ਜੀ, ਹਰ ਕੋਈ ਨਵਾਂ ਦਿਨ, ਨਵੀਂ ਲਰਨਿੰਗ, ਹਮੇਸ਼ਾ ਹੀ ਸਿੱਖਣ ਨੂੰ ਮੌਕਾ ਮਿਲਦਾ। ਪਰ ਫਿਰ ਵੀ ਇੱਕ ਚੀਜ਼ ਦੀ ਜ਼ਰੂਰ ਮੈਂ ਗੱਲ ਕਰਨੀ ਚਾਹੂੰਗੀ ਕਿ ਬੈਲੈਂਸ ਫੈਮਿਲੀ ਲਾਈਫ ਥੋੜ੍ਹਾ ਜਿਹਾ ਮੁਸ਼ਕਿਲ ਹੋ ਰਹੀ ਹੈ ਕਿਉਂਕਿ ਐਜ਼ ਏ ਨਿਊ MP, ਸਾਰੇ ਹੀ ਅਸੀਂ ਨਿਊ MP ਹੈਗੇ ਹਾਂ, ਅਸੀਂ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਵੱਧ ਤੋਂ ਵੱਧ ਕੰਮ ਕਰ ਸਕੀਏ, ਬਟ ਇਟਸ ਲੌਂਗ ਮੈਰਾਥਨ। ਥੋੜ੍ਹਾ ਜਿਹਾ ਜਿਹੜੀ ਕਈ ਵਾਰੀ ਮੁਸ਼ਕਿਲ ਆਉਂਦੀ ਹੈਗੀ ਹੈ ਕਿ ਬੈਲੈਂਸ ਵਰਕ ਲਾਈਫ ਅਤੇ ਫੈਮਿਲੀ ਲਾਈਫ ਨੂੰ ਕਰਨ ਦੀ, ਉਹ ਹੌਲੀ ਹੌਲੀ ਸਿੱਖ ਰਹੇ ਹੈਗੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਸ ਚੀਜ਼ ਨੂੰ ਬੈਲੈਂਸ ਕਰ ਸਕੀਏ। ਸੋਨੀਆ ਸਿੱਧੂ ਨਾਲ ਗੱਲਬਾਤ ਦਾ ਇਹ ਸਿਲਸਿਲਾ ਅੱਗੇ ਵਧਾਵਾਂਗੇ, ਪਰ ਉਸ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਹਿਣਾ ਹੈ ਸੋਨੀਆ ਸਿੱਧੂ ਦੀ ਫੈਮਿਲੀ ਦਾ ਉਹਨਾਂ ਬਾਰੇ। ਬੇਸ਼ੱਕ ਉਹਨਾਂ ਦੇ ਇਸ ਨਵੇਂ ਰੋਲ ਤੋਂ ਉਹ ਬਹੁਤ ਖੁਸ਼ ਨੇ ਤੇ ਪ੍ਰਾਊਡ ਵੀ ਫੀਲ ਕਰਦੇ ਨੇ, ਪਰ ਕਿਤੇ ਕਿਤੇ ਥੋੜੀ ਕੰਪਲੇਂਟਸ ਵੀ ਨੇ। ਕੈਨੇਡਾ ਦੇ 150 ਸਾਲ ਵਿੱਚ ਪਹਿਲੀ ਵਾਰ ਵੱਡੀ ਤਾਦਾਦ ਵਿੱਚ ਸਾਊਥ ਏਸ਼ੀਅਨ ਮੈਂਬਰ ਪਾਰਲੀਮੈਂਟ ਓਟਵਾ ਪਹੁੰਚੇ ਨੇ ਤੇ ਪੰਜਾਬੀ ਮੈਂਬਰ ਪਾਰਲੀਮੈਂਟ ਦੀ ਵੱਡੀ ਗਿਣਤੀ ਸਾਰੇ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਗੱਲ ਕਰੀਏ ਸੋਨੀਆ ਸਿੱਧੂ ਦੀ ਤਾਂ ਮੈਂਬਰ ਪਾਰਲੀਮੈਂਟ ਦੇ ਨਾਲ ਉਹ ਆਲ ਪਾਰਟੀ ਡਾਇਬਟੀਜ਼ ਕਾਕਸ ਦੇ ਚੇਅਰ ਵੀ ਨੇ। ਕੈਨੇਡਾ ਵਿੱਚ ਨਿਊ ਕਮਰਸ ਦੀ ਲਾਈਫ ਨੂੰ ਹੋਰ ਬਿਹਤਰ ਬਣਾਉਣ ਤੇ ਕੈਨੇਡੀਅਨਸ ਦੇ ਹੈਲਥ ਇਸ਼ੂਜ਼ ਲਈ ਕੰਮ ਕਰ ਰਹੇ ਨੇ। ਬ੍ਰੈਂਪਟਨ ਸਾਊਥ ਰਾਈਡਿੰਗ ਵਿੱਚ ਸੋਨੀਆ ਸਿੱਧੂ ਆਪਣੇ ਪਰਿਵਾਰ ਨਾਲ ਰਹਿੰਦੇ ਨੇ ਤੇ ਕੈਨੇਡਾ ਵੱਲੋਂ ਮਿਲੀ ਇਸ ਅਪੋਰਚੁਨਿਟੀ ਦੇ ਲਈ
ਉਹ ਕੈਨੇਡੀਅਨਸ ਲਈ ਕੁਝ ਕਰਨ ਦੇ ਚਾਹਵਾਨ ਨੇ। ਤੇ ਹੁਣ ਗੱਲ ਕਰਦੇ ਹਾਂ ਸੋਨੀਆ ਜੀ ਦੇ ਪਰਿਵਾਰ ਦੇ ਨਾਲ ਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਐਜ਼ ਅ ਪੋਲੀਟੀਸ਼ੀਅਨ ਉਹਨਾਂ ਦੀ ਲਾਈਫ ਵਿੱਚ ਕਿੰਨਾ ਕੁ ਡਿਫਰੈਂਸ ਉਹ ਦੇਖਦੇ ਨੇ। ਅੰਕਲ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਪਹਿਲਾਂ ਵੀ ਜਦੋਂ ਕੈਂਪੇਨਿੰਗ ਟਾਈਮ ਤੁਹਾਡੇ ਨਾਲ ਗੱਲਬਾਤ ਹੋਈ ਸੀ ਤਾਂ ਤੁਸੀਂ ਕਿਹਾ ਸੀ ਕਿ ਬਹੁਤ ਚੰਗਾ ਲੱਗ ਰਿਹਾ ਹੈ ਕਿ ਸੋਨੀਆ ਜੀ ਨੇ ਇੱਕ ਸਟੈਪ ਅੱਗੇ ਲਿਆ, ਪੋਲਿਟਿਕਸ ਵਿੱਚ ਜਾਣ ਦਾ ਫੈਸਲਾ ਲਿਆ। ਹੁਣ ਜਦੋਂ 1.5 ਸਾਲ ਦਾ ਟੈਨਿਓਰ ਹੋ ਚੁੱਕਿਆ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਡਿਫਰੈਂਸ ਤੁਸੀਂ ਆਪਣੀ ਬੇਟੀ ਵਿੱਚ ਵੇਖ ਰਹੇ ਹੋ? ਬੇਟਾ ਜਿੱਥੋਂ ਤੱਕ ਘਰ ਸੰਬੰਧੀ ਤਾਲੁਕ ਹੈ, ਉਹ ਫੈਮਿਲੀ ਲਾਈਫ ਜਿਹੜੀ ਆ ਥੋੜ੍ਹੀ ਜਿਹੀ ਡਿਸਟਰਬ ਹੋ ਜਾਂਦੀ ਹੈ, ਲੇਕਿਨ ਜਿੱਥੋਂ ਅਸੀਂ ਪਬਲਿਕ ਦੇ ਵਿੱਚ ਜਾਂ ਜਨਤਾ ਦੇ ਵਿੱਚ ਵਿਚਰਨ ਦੀ ਗੱਲ ਹੈ, ਉਹ ਬੜੇ ਸੁਚੱਜੇ ਢੰਗ ਨਾਲ ਵਿਚਰ ਰਹੀ ਹੈ। ਅਤੇ ਅਸੀਂ ਸੋਚਦੇ ਵੀ ਇਹੋ ਸੀਗੇ ਕਿ ਇਹ ਆਪਣੇ ਜਨਤਾ ਦੇ ਕੰਮ ਜਿਹੜੇ ਆ, ਪਬਲਿਕ ਦੇ ਕੰਮ ਜਿਹੜੇ ਆ, ਉਹ ਬਗੈਰ ਪਾਰਸ਼ੈਲਿਟੀ ਦੇ ਕਰੇ, ਔਰ ਉਹ ਇਸੇ ਤਰ੍ਹਾਂ ਕਰ ਰਹੀ ਆ ਔਰ ਕਰਨੇ ਚਾਹੀਦੇ ਆ। ਤੇ ਸਾਨੂੰ ਖੁਸ਼ੀ ਵੀ ਇਹ ਆ ਕਿ ਜਦੋਂ ਪਬਲਿਕ ਵਿੱਚ ਕਮਿਊਨਿਟੀ ਕੋਲੋਂ ਬਾਹਰ ਸੁਣਦੇ ਆ ਵੀ ਸੋਨੀ ਸਿੱਧੂ ਇਸ ਥਾਂ ਸੀਗੀ, ਉਹਨੇ ਅੱਜ ਆਹ ਕੰਮ ਕੀਤਾ, ਸੋਨੀ ਸਿੱਧੂ ਨੇ ਉੱਥੇ ਉਹਦੇ ਮਿਨਿਸਟਰ ਆਏ ਜਾਂ ਉਹਦਾ ਕੋਈ ਮਤਲਬ ਕੋਈ ਵੀ ਚੰਗਾ ਕੰਮ। ਗੁਰਜੀਤ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਪਹਿਲੇ ਅਸੀਂ ਨੋਟਿਸ ਕੀਤਾ ਸੀ ਕਿ ਸੋਨੀਆ ਜੀ ਬਹੁਤ ਹੀ ਇੱਕ ਪ੍ਰਾਈਵੇਟ ਪਰਸਨ ਹੈਗੇ ਨੇ, ਥੋੜਾ ਰਿਜ਼ਰਵਡ ਰਹਿੰਦੇ ਨੇ, ਬਟ ਹੁਣ ਜਦੋਂ ਇੰਨੇ ਪਬਲਿਕ ਇਵੈਂਟਸ ਅਟੈਂਡ ਕਰਨੇ ਹੁੰਦੇ ਨੇ, ਵੱਖ-ਵੱਖ ਜਗ੍ਹਾ ਤੇ ਉਹਨਾਂ ਨੇ ਸਪੀਚ ਦੇਣੀ ਹੈ, ਇੰਨੀ ਲੋਕਾਂ ਵਿੱਚ ਵਿਚਰਨਾ, ਤਾਂ ਹੁਣ ਤੁਹਾਨੂੰ ਕੀ ਲੱਗਦਾ ਹੈ ਕਿੰਨਾ ਕੁ ਫਰਕ ਆ ਚੁੱਕਿਆ ਉਹਨਾਂ ਵਿੱਚ? ਦੇਖੋ ਜੀ, ਜਦੋਂ ਦੀ ਸੋਨੀਆ ਪੋਲਿਟਿਕਸ 'ਚ ਆਈ ਆ ਬਹੁਤ ਜ਼ਿਆਦਾ ਫਰਕ ਆਇਆ, ਕਿਉਂਕਿ ਜਿੰਨੀ ਮਿਹਨਤ ਉਹ ਕਰ ਰਹੀ ਆ, ਤਕਰੀਬਨ ਮੈਂ ਵੀ ਬਹੁਤ ਸਪੋਰਟਿਵ ਹਾਂ, ਕਿਉਂਕਿ ਮੈਂ ਹਮੇਸ਼ਾ ਹੀ ਚਾਹੁੰਦਾ ਕਿ ਜੇ ਵੱਧ ਤੋਂ ਵੱਧ ਉਹ ਲੋਕਾਂ 'ਚ ਜਾਵੇ, ਜਿੱਥੇ ਵੀ ਉਹਨੂੰ ਉਹਦੀ ਡਿਊਟੀ ਹੈਗੀ ਆ ਜਾਂ ਜਿੱਥੇ ਵੀ ਕੋਈ ਕੰਮ ਉਹਦੇ ਹੈਗੇ ਆ ਜ਼ਰੂਰ ਪਹੁੰਚੇ। ਅਤੇ ਬਹੁਤ ਉਹ ਮਿਹਨਤ ਕਰ ਰਹੀ ਆ, ਬਹੁਤ ਵੱਡੀ ਚੇਂਜ ਉਹਦੇ ਵਿੱਚ, ਪਹਿਲਾਂ ਨਾਲੋਂ ਰਿਸਪੌਂਸਿਬਿਲਿਟੀ ਜ਼ਿਆਦਾ ਵੱਧ ਗਈ ਆ। ਅਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਇੱਥੇ ਫੰਕਸ਼ਨ ਬਹੁਤ ਹੁੰਦੇ ਆ ਅਤੇ ਹਰ ਇੱਕ 'ਤੇ ਜਾਣਾ ਜ਼ਰੂਰੀ ਹੁੰਦਾ, ਅਤੇ ਇਸ ਕਰਕੇ ਉਹ ਬਹੁਤ ਮਿਹਨਤ ਕਰ ਰਹੀ ਆ ਅਤੇ ਬਹੁਤ ਵੱਡੀ ਉਹਦੇ ਚੇਂਜ ਮੈਂ ਦੇਖ ਰਿਹਾ ਜੀ। ਉਹਨਾਂ 'ਤੇ ਤਾਂ ਰਿਸਪੌਂਸਿਬਿਲਿਟੀ ਵਧੀ ਹੈ, ਇੱਕ ਅਸੀਂ ਦੇਖਿਆ ਕਿ ਤੁਹਾਡੇ 'ਤੇ ਵੀ ਰਿਸਪੌਂਸਿਬਿਲਿਟੀ ਬਹੁਤ ਵਧੀ ਹੈ, ਭਾਵੇਂ ਘਰ ਦੀ ਜ਼ਿੰਮੇਵਾਰੀ ਹੋਏ ਜਾਂ ਪਬਲਿਕ ਇਵੈਂਟਸ ਵਿੱਚ ਜਦੋਂ ਇਹਦਾ ਰਾਈਡਿੰਗ ਵਿੱਚ ਹੁੰਦੇ ਆ ਜਾਂ ਆਟਵਾ ਵੀ, ਕਈ ਵਾਰੀ ਅਸੀਂ ਤੁਹਾਨੂੰ ਹਮੇਸ਼ਾ ਉਹਨਾਂ ਦੇ ਨਾਲ ਦੇਖਿਆ, ਇੱਕ ਸਪੋਰਟ ਸਿਸਟਮ ਦੀ ਤਰ੍ਹਾਂ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹੋ। ਤੁਹਾਡੀ ਲਾਈਫ ਵਿੱਚ ਆਪਣਾ ਕਿੰਨਾ ਕੁ ਚੇਂਜ ਤੁਸੀਂ ਦੇਖ ਰਹੇ ਹੋ? ਮੈਂ ਸਪੋਰਟਿਵ ਬਹੁਤ ਹਾਂ, ਕਿਉਂਕਿ ਹਮੇਸ਼ਾ ਹੀ ਮੈਂ ਨਹੀਂ ਚਾਹੁੰਦਾ ਕਿ ਲੇਟ ਹੋਵੇ ਜਾਂ ਕਿਸੇ ਫੰਕਸ਼ਨ 'ਤੇ ਪਹੁੰਚਣਾ ਹੁੰਦਾ ਟਾਈਮ ਨਾਲ ਪਹੁੰਚਿਆ ਜਾਵੇ ਅਤੇ ਹਰ ਇੱਕ ਨੂੰ ਮਿਲਿਆ ਜਾਵੇ। ਮੈਂ ਜਿੰਨੀ ਕੁ ਮੇਰੀ ਨੌਲੇਜ ਹੈਗੀ ਮੈਂ ਵੱਧ ਤੋਂ ਵੱਧ ਸਪੋਰਟਿਵ ਹੈਗਾ, ਮੈਂ ਦੱਸਦਾ। I want to ask you, do you have any complaints with your mom? Oh yeah, for sure. I've seen a lot of changes with my mom ever since she got elected into office. Before we were kind of mommy's girls. We always have gone to mom whenever we had issues or anything we wanted to ask. It was always a lot of mom. Ever since she has taken on the role of a member of parliament, it's become a lot more difficult to get a hold of her. She's just always very, very busy, just going to events, attending meetings, even when she's in Ottawa. It's been a huge difference in our family, having suddenly talking to mom and now having to talk to dad. So there's been a lot of changes there. You both are pursuing different fields. Did it ever happen after seeing your mom in politics, you realized, no, we don't want to do this, now we want to be in the politics? Politics. Growing up, both parents have always been so involved in politics, but after seeing everything, I don't think politics is a field for me, or I've also spoken with Amrit, but I don't think it's something we're interested in going into. So do you have any complaints with your mom? Any complaints? Ooh, not too many. What do you have, sir? Just a little bit. She's very busy now. It's always, as Amrit was saying, it's very difficult to get into contact with her. I know when I was studying abroad in my first year, I was by myself, and at times I would want to call my mom up and talk to her, but it was very hard because she was also starting her term as a member of parliament, so it was very hard to get into contact with her at times. So we had to learn to make our own decisions, be confident, and be more independent. I love you very much. Thank you. Okay, Sonia ji, coming back to you. ਤੁਹਾਡੀ ਫੈਮਿਲੀ ਨੂੰ they are really proud of you, but ਕਿਤੇ ਕੁਝ ਕੰਪਲੇਂਟਸ ਹੈਗੀਆਂ ਕਿ ਕਦੀ ਤੁਸੀਂ ਉਹਨਾਂ ਲਈ ਅਵੇਲੇਬਲ ਨਹੀਂ ਹੁੰਦੇ, ਬਟ ਔਨ ਦਾ ਅਦਰ ਸਾਈਡ ਤੁਸੀਂ ਪਬਲਿਕ ਲਈ ਹਮੇਸ਼ਾ ਅਵੇਲੇਬਲ ਹੋ। ਜਦੋਂ ਵੀ ਅਸੀਂ ਲੋਕਾਂ ਤੋਂ ਸੁਣਦੇ ਹਾਂ ਉਹ ਕਹਿੰਦੇ ਆ ਓਕੇ देयर ਮੈਂਬਰ ਪਾਰਲੀਮੈਂਟ, देयर ਰਾਈਡਿੰਗ ਮੈਂਬਰ ਪਾਰਲੀਮੈਂਟ ਇਜ਼ देयर ਫॉर देम, ਬਟ ਅੱਜ ਇਸ ਪਲੇਟਫਾਰਮ ਰਾਹੀਂ ਤੁਸੀਂ ਆਪਣੀ ਫੈਮਿਲੀ ਨੂੰ ਕੁਝ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਆਈ ਹਰਡ ਲਾਊਡਲੀ ਕਿ ਅੱਜ ਇਹਨਾਂ ਦੀਆਂ ਵੀ ਕੰਪਲੇਂਟਸ ਆਪਾਂ ਸੁਣੀਆਂ।
ਸੋ ਬੈਲੈਂਸ ਜਿਹੜਾ ਕਿ ਮੈਂ ਅੱਜ ਐਕਸੈਪਟ ਕਰਦੀ ਹਾਂ ਕਿ ਥੋੜ੍ਹਾ ਜਿਹਾ ਐਜ਼ ਏ ਰੁਕੀ MP ਫਸਟ ਟਾਈਮ ਅਤੇ ਜਿਹੜਾ ਬੈਲੈਂਸ ਕਰਨਾ ਤੁਹਾਡਾ ਕੰਮ ਦਾ ਅਤੇ ਘਰ ਦਾ ਬੈਲੈਂਸ ਕਰਨਾ ਥੋੜ੍ਹਾ ਜਿਹਾ ਹਾਰਡ ਹੈਗਾ। ਅਤੇ ਇਹ ਜਿਹੜਾ ਕਿ ਜਿਵੇਂ ਦੱਸਿਆ ਕਿ ਅਰਸ਼ੀਆ ਨੇ ਦੱਸਿਆ ਕਿ ਸਮਟਾਈਮਸ ਇਹ ਚਾਹੁੰਦੇ ਹੁੰਦੇ ਕਿ ਜਿਵੇਂ ਪਹਿਲਾਂ ਵਾਂਗੂ ਅਸੀਂ ਇਕੱਠੇ ਕਾਫੀ ਅਸੀਂ ਅਟੈਚ ਸੀਗੇ ਬੱਚੇ ਅਤੇ ਅਸੀਂ ਕਾਫੀ ਟਾਈਮ ਸਪੈਂਡ ਕਰਦੇ ਸੀ, ਉਹ ਬੱਚੇ ਉਹੀ ਕੁਛ ਚਾਹੁੰਦੇ ਹੈਗੇ ਆ। ਸੋ ਇਟਸ ਨਾਟ ਪੋਸੀਬਲ ਕਿਉਂਕਿ ਅਸੀਂ ਜਦੋਂ ਰਾਈਡਿੰਗ ਦੇ ਵਿੱਚ ਥੋੜ੍ਹੇ ਜਿਹੇ ਆਪਣੇ ਜ਼ਿਆਦਾ ਇਵੈਂਟਸ ਆਉਂਦੇ ਆ ਕਿ ਉਹ ਥੋੜ੍ਹਾ ਜਿਹਾ ਹਾਰਡ ਲੱਗਦਾ ਕਿ ਬੈਲੈਂਸ ਕਰਨਾ। First, when mom, before she was into Parliament, I feel that earlier, every day after work, my mom would check up with me, see what I was up to during the day, and it sort of acted as a way for keeping me in line, keeping me in check. And I always thought it was a bit annoying initially, but after when my mom left, I started to realize there was no one really who checked in with me every single day to see if I completed my tasks for the day, if I was achieving my goals during the weekdays, and I experienced a little bit of a dip initially, and I realized that, wow, like that was actually extremely helpful for me. But over time, because of this, I've learned to take on more responsibility myself. But of course, I'm only able to do that because on the weekends when I see my mom, she's always then able to check up on me. And of course, just not seeing her all the time made me also appreciate the time that we spent together a lot more. Through this platform, I want to be able to say I'm extremely proud of you, and I think I'm speaking for the entire community when I'm saying this. And don't give up, keep on going, and always know that we'll always have your back for as long as you continue to be brave and courageous. So to see ਚੜ੍ਹਦੀ ਕਲਾ ਵਿੱਚ ਰਹੋ ਤੇ ਹਮੇਸ਼ਾ ਜਿਹੜਾ ਤੁਹਾਡਾ ਵੀ ਸਫ਼ਰ ਹੋਗਾ ਬਹੁਤ ਹੀ ਵਧੀਆ ਰਹੂਗਾ। ਹੁਣ ਜਦੋਂ ਅਸੀਂ ਆਏ ਸੀ ਤਾਂ ਤੁਸੀਂ ਪ੍ਰੇਅਰ ਕਰ ਰਹੇ ਸੀਗੇ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕਿੰਨਾ ਫੇਥ ਐਂਡ ਸਪਿਰਿਚੁਅਲਿਟੀ ਦਾ ਇੰਪੈਕਟ ਇਨਫਲੂਐਂਸ ਹੈਗਾ ਤੁਹਾਡੀ ਲਾਈਫ 'ਤੇ। ਬਿਲਕੁਲ ਜੀ, ਜਿਵੇਂ ਕਿ ਤੁਸੀਂ ਸੋਚਦੇ ਹੋ ਚਾਹੇ ਕੋਈ ਸਾਡੀ ਜੌਬ ਪਬਲਿਕ ਸਰਵਿਸ ਦੀ ਹੈਗੀ ਆ ਜਾਂ ਕੋਈ ਵੀ ਵੂਮੈਨ ਚਾਹੇ ਪ੍ਰੋਫੈਸ਼ਨਲੀ ਇੱਕ ਮੈਡੀਕਲ ਡਾਕਟਰ ਇੰਜੀਨੀਅਰ ਜਾਂ ਕੋਈ ਵੀ ਕਿਸੇ ਵੀ ਪ੍ਰੋਫੈਸ਼ਨ 'ਚ ਹੈ, ਪਰ ਉਹ ਇੱਕ ਔਰਤ ਦੇ ਨਾਲ ਨਾਲ ਇੱਕ ਮਾਂ ਵੀ ਹੈ, ਇੱਕ ਭੈਣ ਵੀ ਹੈ, ਇੱਕ ਡਾਟਰ ਵੀ ਹੈ ਅਤੇ ਨਾਲ ਨਾਲ ਹਰ ਇੱਕ ਫੈਮਿਲੀ ਦੇ ਵਿੱਚ ਜਿਵੇਂ ਕਿ ਮੈਂ ਜਿਵੇਂ ਸਿੱਖ ਧਰਮ ਦੇ ਵਿੱਚ ਫੇਥ ਰੱਖਦੀ ਹਾਂ ਅਤੇ ਜਿਵੇਂ ਸਾਡੇ ਸ਼ੁਰੂ ਤੋਂ ਹੀ ਸਾਨੂੰ ਜੋ ਵੈਲਿਊਜ਼ ਜਾਂ ਟੀਚਿੰਗਸ ਦਿੱਤੀਆਂ ਗਈਆਂ, ਸੋ ਮੈਂ ਵੀ ਉਹ ਬਰਕਰਾਰ ਰੱਖਦੇ ਹੋਏ ਮੈਂ ਆਪਣੇ ਬੱਚਿਆਂ ਨੂੰ ਉਹ ਵੈਲਿਊਜ਼ ਦਿੱਤੀਆਂ ਹੋਈਆਂ। ਤੋ ਇੱਕ ਸਕੂਨ ਮਿਲਦਾ ਕਿ ਜਿਵੇਂ ਸਾਡੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਬਹੁਤ ਹੀ ਸਮਟਾਈਮਸ ਯੂ ਸਟ੍ਰੈਸਡ ਆਊਟ, ਆਈ ਆਲਵੇਜ਼ ਫੀਲ ਜਦੋਂ ਤੁਸੀਂ ਉੱਥੇ ਬੈਠ ਕੇ ਤੁਸੀਂ ਆਪਣੇ ਆਪ ਨੂੰ ਮੈਡੀਟੇਟ ਕਰਦੇ ਹੋ, ਤੁਸੀਂ ਆਪਣੇ ਸੋਚਦੇ ਹੋ ਕਿ ਐਨਾਲਿਸਿਸ ਕਰਦੇ ਹੋ ਕਿ ਤੁਸੀਂ ਅੱਜ ਕੀ ਚੰਗਾ ਕੰਮ ਕੀਤਾ। ਸੋ ਆਈ ਥਿੰਕ ਦੈਟ ਇਜ਼ ਦ ਬੈਸਟ ਟਾਈਮ, ਈਵਨ ਅਰਲੀ ਮੋਰਨਿੰਗ ਤੁਸੀਂ ਆਫਟਰ ਸ਼ਾਵਰ ਤੁਸੀਂ ਆਪਣੀ ਪ੍ਰੇਅਰ ਕਰਦੇ ਹੋ। ਦੈਟਸ ਮੀ, ਇਟਸ ਜਸਟ ਪਰਸਨਲੀ ਮੇਰਾ ਆਪਣਾ ਹੈਗਾ ਬਲੀ। ਅਸੀਂ ਤੁਹਾਡੀ ਕਿਚਨ ਦੇਖ ਰਹੇ ਸੀ ਤੇ ਇੱਕ ਨੋਟ ਲਿਖਿਆ ਸੀ ਸਾਈਡ ਤੇ, ਉਹ ਨੋਟ ਵਿੱਚ ਲਿਖਿਆ ਸੀ ਐਵਰੀਬਾਡੀ ਹੈਜ਼ ਟੂ ਵਾਸ਼ देयर ਡਿਸ਼ਸ ਔਨ देयर ਓਨ। ਬਿਲਕੁਲ ਜੀ, ਜਿਹੜਾ ਇਹ ਨੋਟ ਹੈ ਲਾਸਟ ਈਅਰ ਲੱਗਿਆ ਸੀਗਾ ਕਿ ਮਤਲਬ ਤੁਹਾਡੇ ਪੋਲਿਟਿਕਸ ਵਿੱਚ ਜਾਣ ਤੋਂ ਬਾਅਦ। ਹਾਂਜੀ, ਕਿਉਂਕਿ ਮੈਂ ਤੇ ਮੋਸਟਲੀ ਜਦੋਂ ਫਿਰ ਆਟਵਾ ਹੁੰਦੇ ਆ ਤੇ ਮੇਰੀ ਬੇਟੀ ਤੇ ਮੇਰੇ ਹਸਬੈਂਡ ਹੁੰਦੇ ਆ ਤੇ ਇਹਨਾਂ ਦੋਨਾਂ ਨੇ ਹੀ ਫੇਰੇ ਲਗਾਇਆ ਕਿ ਐਵਰੀਵਨ ਹੈਜ਼ ਟੂ ਰਿਸਪੌਂਸਿਬਲ ਤੇ ਆਪਣੀ ਓਨ ਡਿਸ਼ਸ ਦੇ ਤੇ ਇਟਸ ਗੁੱਡ। ਇਤਿਹਾਸ ਪੰਜਾਬੀਆਂ ਦਾ ਇਹ ਸਿਲਸਿਲਾ ਜਾਰੀ ਰਹੇਗਾ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਬਾਅਦ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੂੰ। Sonia ji, you are wearing multiple hats. You are a wife, daughter, mother, and now you are a member parliament. ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜਾ ਰੋਲ ਜਿਹੜਾ ਹੈਗਾ ਮਤਲਬ ਇਹ ਤੁਹਾਡਾ ਡੈਫੀਨੇਟਲੀ ਇੱਕ ਨਵਾਂ ਰੋਲ ਹੈਗਾ, ਕਿਹੜੀ ਆਪਣੀ ਲਾਈਫ ਦੀ ਇਸ ਤਰ੍ਹਾਂ ਦੀ ਰਿਸਪੌਂਸਿਬਿਲਿਟੀ ਹੈ ਜੋ ਤੁਸੀਂ ਸਭ ਤੋਂ ਜ਼ਿਆਦਾ ਇੰਜੋਏ ਕੀਤੀ ਹੈ?
ਬਿਲਕੁਲ ਜੀ, ਜਿਵੇਂ ਤੁਸੀਂ ਜਾਣਦੇ ਕਿ ਮਲਟੀਪਲ ਹਰ ਔਰਤ ਨੂੰ ਮੈਂ ਵੀ ਉਸੇ ਤਰ੍ਹਾਂ ਹੀ ਨਾਲ ਮਲਟੀਪਲ ਹੈਟਸ ਪਹਿਨਦੀ ਹਾਂ, ਐਜ਼ ਏ ਮਦਰ, ਐਜ਼ ਏ ਡਾਟਰ, ਐਜ਼ ਏ ਵਾਈਫ, as a member of parliament. So I'm enjoying a lot actually. My kids are grown up. अपना ਜਿਹੜਾ ਕਿ ਉਹ ਕੈਰੀਅਰ ਦੇ ਵਿੱਚ ਜਾ ਚੁੱਕੇ ਆ. I have more time to spend with the community. ਬਹੁਤ ਹੀ ਚੰਗਾ ਲੱਗਦਾ. ਪਹਿਲਾਂ ਥੋੜਾ ਜਿਹਾ ਸੀਗਾ ਕਿ ਜਦੋਂ ਤੁਸੀਂ ਹੈਲਥ ਫੀਲਡ ਦੇ ਵਿੱਚ ਥੋੜਾ ਜਿਹਾ ਰਿਜ਼ਰਵ ਸੀਗਾ ਜਿਹੜਾ ਮੇਰਾ ਰੋਲ ਸੀਗਾ, ਬਟ ਨਾਓ ਹੁਣ ਮੈਨੂੰ ਲੱਗਦਾ ਕਿ ਇਸ ਕਮਿਊਨਿਟੀ 'ਚ ਜਾ ਕੇ, ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ, ਜਦੋਂ ਅਸੀਂ ਵੱਖ-ਵੱਖ ਮੋਸਟਲੀ ਰਾਈਡਿੰਗ ਦੇ ਵਿੱਚ ਮੈਂ ਜ਼ਿਆਦਾ ਇੰਜੋਏ ਕਰਦੀ ਹਾਂ। ਜਦੋਂ ਕਿਤੇ ਤੁਸੀਂ ਪਾਰਕ ਦੇ ਵਿੱਚ ਜਾਂਦੇ ਹੋ, ਤੁਹਾਡੇ ਅੰਕਲ ਆਂਟੀਆਂ ਬੈਠੇ ਹੁੰਦੇ ਆ, ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ, ਤੁਹਾਨੂੰ ਲੱਗਦਾ ਕਿ ਕਿਹੜੇ ਇਸ਼ੂਜ਼ ਆ। ਜੇ ਤੁਸੀਂ ਕਿਸੇ ਸਕੂਲ 'ਚ ਜਾਂਦੇ ਹੋ, ਸਕੂਲ ਦੇ ਬੱਚੇ ਤੁਹਾਨੂੰ ਕੁਐਸਚਨ ਪੁੱਛਦੇ ਆ, ਲੱਗਦਾ ਕਿ ਬੱਚੇ ਕੀ ਸੋਚਦੇ ਹੈਗੇ ਆ। ਜਦੋਂ ਤੁਸੀਂ ਡਿਫਰੈਂਟ ਆਰਗੇਨਾਈਜੇਸ਼ਨ ਨਾਲ ਮਿਲਦੇ ਆ, ਤੁਹਾਨੂੰ ਐਕਚੁਅਲੀ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਮੇਨ ਇਸ਼ੂਜ਼ ਕਿਹੜੇ ਆ। ਐਂਡ ਦੈਨ ਮੈਂ ਬਹੁਤ ਹੀ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਤਾਂ ਕਿ ਸਾਨੂੰ ਲੱਗਦਾ ਕਿ ਅਸੀਂ ਉਹ ਇਸ਼ੂਜ਼ ਲੈ ਜਾ ਕੇ ਉੱਥੇ ਆਟਵਾ ਦੇ ਵਿੱਚ ਲੈ ਜਾਈਏ, ਜਿਹੜਾ ਕਿ ਕਮਿਊਨਿਟੀ ਦੀ ਆਵਾਜ਼, ਜਿਸ ਕਰਕੇ ਸਾਨੂੰ ਚੁਣਿਆ ਗਿਆ ਸੀ, ਉਹ ਆਵਾਜ਼ ਉੱਥੇ ਪਹੁੰਚਾਈਏ। ਤੇ ਬਹੁਤ ਹੀ ਪਹਿਲਾਂ ਜ਼ਰੂਰ ਥੋੜਾ ਮੁਸ਼ਕਿਲ ਲੱਗਦਾ ਸੀਗਾ, ਥੋੜਾ ਨਹੀਂ ਬਹੁਤ ਮੁਸ਼ਕਿਲ ਲੱਗਦਾ ਸੀ, ਪਰ ਹੁਣ ਹੌਲੀ ਕੰਫਰਟ ਜ਼ੋਨ ਜਿਹੜਾ ਕਿ ਉਹ ਕਾਫੀ ਵੱਧ ਰਿਹਾ ਹੈਗਾ। ਅਗੇਨ ਐਵਰੀ ਡੇ ਵੀ ਆਰ ਲਰਨਿੰਗ ਨਿਊ ਥਿੰਗਸ। ਦੈਟਸ ਗੁੱਡ ਐਕਚੁਅਲੀ। ਅਸੀਂ ਪਹਿਲਾਂ ਤੁਹਾਡੀ ਫੈਮਿਲੀ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੋਨੀਆ ਸਿੱਧੂ ਥੋੜੇ ਰਿਜ਼ਰਵ ਹੈਗੇ ਨੇ। ਹੁਣ ਤੁਹਾਨੂੰ ਲੱਗਦਾ ਹੈ ਕਿ ਇਹ ਸੋਨੀਆ ਸਿੱਧੂ ਦਾ ਇੱਕ ਅਪਡੇਟਡ ਵਰਜ਼ਨ ਹੈਗਾ? ਜਦੋਂ ਤੁਸੀਂ ਕਮਿਊਨਿਟੀ ਦੇ ਵਿੱਚ ਤੁਹਾਡੀ ਜਾਣ ਪਛਾਣ ਜ਼ਿਆਦਾ ਹੁੰਦੀ ਹੈ ਤਾਂ ਤੁਹਾਡਾ ਕੰਫਰਟ ਜ਼ੋਨ ਵੀ ਜਿਹੜਾ ਉਹ ਵੱਧ ਜਾਂਦਾ, ਤੇ ਫਿਰ ਤੁਸੀਂ ਉਸ ਕੰਫਰਟ ਜ਼ੋਨ ਦੇ ਵਿੱਚ ਜਦੋਂ ਤੁਸੀਂ ਪ੍ਰੋਬਲਮਸ, ਤੁਹਾਡਾ ਇੱਕ ਰਿਸ਼ਤਾ ਬਣ ਜਾਂਦਾ, ਚਾਹੇ ਕੋਈ ਆਰਗੇਨਾਈਜੇਸ਼ਨ ਹੋਵੇ, ਚਾਹੇ ਕੋਈ ਤੁਸੀਂ ਜਿਹੜੇ ਕਮਿਊਨਿਟੀ ਕਲੱਬਸ ਹੈਗੇ ਆ, ਜਿਹੜੇ ਸੀਨੀਅਰ ਕਲੱਬਸ ਹੈਗੇ ਆ, ਕਿ ਤੁਸੀਂ ਜਦੋਂ ਜਾਂਦੇ ਹੈਗੇ ਹੋ ਉਹ ਵੀ ਉਹਨਾਂ ਦਾ ਵੀ ਕੰਫਰਟ ਲੈਵਲ ਜਿਹੜਾ ਹੈਗਾ ਉਹ ਤੁਹਾਨੂੰ ਚੰਗੀ ਤਰ੍ਹਾਂ ਤੁਹਾਡੇ ਨਾਲ ਗੱਲ ਕਰਦੇ ਆ, ਤੁਹਾਨੂੰ ਫੀਡਬੈਕ ਦਿੰਦੇ ਆ, ਤੇ ਉਹ ਫਿਰ ਤੁਸੀਂ ਇੰਜੋਏ ਕਰਨ ਲੱਗ ਜਾਂਦੇ ਹੋ। ਤੇ ਸੇਮ ਗੱਲ ਹੈਗੀ ਹੈ ਕਿ ਪਹਿਲਾਂ ਤੁਸੀਂ ਤੁਹਾਡਾ ਇੱਕ ਹੈਟ ਦੇ ਅੰਡਰ ਸੀਗਾ, ਹੁਣ ਤੁਹਾਨੂੰ ਡਿਫਰੈਂਟ ਸਾਰੀ ਕਮਿਊਨਿਟੀਜ਼ ਦੇ ਵਿੱਚ ਤੁਹਾਨੂੰ ਰਿਪਰੈਜ਼ੈਂਟ ਕਰਨਾ ਪੈਂਦਾ, ਸਾਰੀ ਕਮਿਊਨਿਟੀਜ਼ ਦੇ ਵਿੱਚ ਤੁਹਾਨੂੰ ਜਾਣਾ ਪੈਂਦਾ, ਤੇ ਉਹਦੇ ਨਾਲ ਫਿਰ ਨੈਚੁਰਲੀ ਤੁਸੀਂ ਸਾਰੇ ਤੁਹਾਡਾ ਜਿਹੜਾ ਇੱਕ ਸਟੈਪ ਤੋਂ ਡਿਫਰੈਂਟ ਤੁਹਾਡਾ ਲੈਵਲ ਜਿਹੜਾ ਹੋ ਜਾਂਦਾ। ਸੋਨੀਆ ਜੀ, ਇਹ ਜਿਹੜੀ ਅਪੋਰਚੁਨਿਟੀ ਹੈਗੀ ਹੈ ਇਹ ਕੈਨੇਡਾ ਨੇ ਤੁਹਾਨੂੰ ਦਿੱਤੀ ਹੈ। ਕੈਨੇਡਾ ਨੇ ਇਹ ਅਪੋਰਚੁਨਿਟੀ ਦਿੱਤੀ ਹੈ ਕਿ ਸੋਨੀਆ ਸਿੱਧੂ ਨੂੰ ਇੱਕ ਨਵੇਂ ਰੂਪ ਵਿੱਚ ਲੋਕਾਂ ਦੇ ਸਾਹਮਣੇ, ਕਮਿਊਨਿਟੀ ਦੇ ਸਾਹਮਣੇ ਪੇਸ਼ ਕੀਤਾ ਹੈ। ਐਜ਼ ਅ ਰਿਟਰਨ ਤੁਸੀਂ ਕੈਨੇਡੀਅਨਸ ਲਈ ਕੀ ਕੁਝ ਕਰ ਰਹੇ ਹੋ? ਬਿਲਕੁਲ ਜੀ, ਦਿਸ ਇਜ਼ ਦ ਲੈਂਡ ਆਫ ਓਪਰਚੁਨਿਟੀਜ਼। ਕੈਨੇਡਾ ਨੇ ਬਹੁਤ ਕੁਝ ਦਿੱਤਾ, ਜਿਵੇਂ ਕਿ ਐਜ਼ ਅ ਇਮੀਗ੍ਰੈਂਟ ਆ ਕੇ ਤੁਸੀਂ ਤੁਹਾਨੂੰ ਇੰਨਾ ਅਚੀਵ ਕਰਨਾ ਜਿਹੜਾ ਕਿ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਮੇਰੇ ਖਿਆਲ ਬਹੁਤ ਹੀ ਮੁਸ਼ਕਿਲ ਹੈਗਾ। ਸੋ ਕੈਨੇਡਾ ਗੇਵ ਮੀ ਸੋ ਮਚ, ਤੇ ਹੁਣ ਸਾਡੀ ਟਰਨ ਹੈਗੀ ਹੈ ਕਿ ਅਸੀਂ ਕੰਟਰੀ ਵਾਸਤੇ ਕੁਝ ਕਰ ਸਕੀਏ। ਸੋ ਆਮ ਵਰਕਿੰਗ ਹਾਰਡ ਕਿ ਆਪਣਾ ਜਿਹੜਾ ਇਹ ਓਪਰਚੁਨਿਟੀ ਮਿਲੀ ਹੈ, ਇਸ ਓਪਰਚੁਨਿਟੀ ਨੂੰ ਬਹੁਤ ਹੀ ਚੰਗੇ ਤੇ ਸੁਚੱਜੇ ਢੰਗ ਨਾਲ ਵਾਪਸ ਕਰ ਸਕਾਂ, ਆਪਣੀ ਸਰਵ ਕਰ ਸਕਾਂ। ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੰਪਲੇਂਟਸ ਨਾ ਹੀ ਆਉਣ, ਪਰ ਫਿਰ ਵੀ ਮੋਸਟਲੀ ਬੇਸ਼ੱਕ ਹਰ ਕਿਸੇ ਨੂੰ ਕੁਝ ਨਹੀਂ ਕੀਤਾ ਜਾ ਸਕਦਾ। ਹਾਂਜੀ ਜੀ। ਤੇ ਤੁਸੀਂ ਹੈਲਥ ਫੀਲਡ ਵਿੱਚ ਹੈਗੇ ਸੀ, ਹੁਣ ਜਦੋਂ ਤੁਸੀਂ ਐਜ਼ ਅ ਮੈਂਬਰ ਪਾਰਲੀਮੈਂਟ ਆਏ ਹੋ, ਨਾਲ ਹੀ ਤੁਹਾਨੂੰ ਜਿਹੜੀ ਹੋਰ ਡਿਪਾਰਟਮੈਂਟਸ ਦਿੱਤੇ ਗਏ ਨੇ, ਜਿਵੇਂ ਡਾਇਬਟੀਜ਼ ਕਾਕਸ ਦਾ ਚੇਅਰ ਬਣਾਇਆ ਗਿਆ, ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਉਹ ਫੀਲਡ ਸੀਗੀ ਜਿਸ ਨੇ ਤੁਹਾਨੂੰ ਹੋਰ ਹੈਲਪ ਕੀਤਾ ਅੱਗੇ ਗਰੋ ਕਰਨ ਵਿੱਚ? ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਹੈਲਥ ਫੀਲਡ ਦੇ ਵਿੱਚ ਕੰਮ ਕਰਦੀ ਸੀਗੀ, ਤੇ ਉਸੇ ਹਿਸਾਬ ਨਾਲ ਮੈਂ ਹੈਲਥ ਕਮੇਟੀ ਦੇ ਵਿੱਚ ਹੈਗੀ ਹਾਂ। ਤੇ ਬਾਕੀ ਐਜ਼ ਏ ਡਾਇਬਟੀਜ਼ ਐਜੂਕੇਟਰ ਜਿਹੜਾ ਮੈਂ ਕੰਮ ਕੀਤਾ ਹੈਗਾ, ਤੇ ਉਸੇ ਹੀ ਤਰ੍ਹਾਂ ਨਾਲ ਮੈਨੂੰ ਚੇਅਰ ਬਣਾਇਆ ਗਿਆ ਆਲ ਪਾਰਟੀ ਡਾਇਬਟੀਜ਼ ਕਾਕਸ ਦੀ, ਜਿਹੜੀ ਮੈਨੂੰ ਇਹ ਵਾਲਾ ਜਿਹੜਾ ਅਹੁਦਾ ਮਿਲਿਆ, ਜਿਹਦੇ ਨਾਲ ਕਿ ਮੈਂ ਆਪਣੀ ਐਕਸਪਰਟੀਜ਼ ਜਿਹੜੀਆਂ ਮੈਂ ਉਹਦੇ ਵਿੱਚ ਰੱਖ ਸਕਦੀ ਹਾਂ। ਇਹ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅਸੀਂ ਕੈਨੇਡਾ ਦੇ 150 ਸਾਲ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਵਿੱਚ 100 ਸਾਲਾਂ ਦਾ ਇਤਿਹਾਸ ਪੰਜਾਬੀਆਂ ਦਾ ਵੀ ਹੈਗਾ। ਹੁਣ ਤੁਸੀਂ ਵੀ ਇਤਿਹਾਸ ਦੇ ਉਸ ਪੰਨੇ ਵਿੱਚ ਜੁੜ ਚੁੱਕੇ ਹੋ, ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਇਸ ਤੋਂ ਪਹਿਲਾਂ ਤੁਸੀਂ ਕਿਸ ਤਰ੍ਹਾਂ ਦੇ ਸੀਗੇ? ਇਸ ਤੋਂ ਪਹਿਲਾਂ ਬਚਪਨ ਵਿੱਚ ਜਾਂ ਜਦੋਂ ਤੁਸੀਂ ਕੈਨੇਡਾ ਆਏ, ਉਦੋਂ ਸੋਨੀਆ ਸਿੱਧੂ ਕਿਸ ਤਰ੍ਹਾਂ ਦੀ ਸੀ, ਤੇ ਇੰਨੇ ਟਰਮ ਵਿੱਚ ਤੁਹਾਡੇ ਵਿੱਚ ਕੀ ਕੁਝ ਚੇਂਜਸ ਤੁਸੀਂ ਦੇਖੇ? ਬਿਲਕੁਲ ਜੀ, ਮੈਨੂੰ ਮਾਣ ਹੈਗਾ ਇੱਕ ਪੰਜਾਬੀ ਹੋਣ ਤੇ ਫਰਕ ਤੇ ਬਹੁਤ ਹੁੰਦਾ। ਜਦੋਂ ਮੈਂ ਛੋਟੀ ਸੀ ਮੈਂ ਬਹੁਤ ਡਰਪੋਕ ਹੁੰਦੀ ਸੀ, ਤੇ ਲਾਈਫ ਤੁਹਾਨੂੰ ਬਹੁਤ ਕੁਝ ਸਿਖਾ ਦਿੰਦੀ ਹੈਗੀ ਹੈ। ਦੇਰ ਸੋ ਮੈਨੀ ਥਿੰਗਸ ਜਿਹੜੀਆਂ ਕਿ ਬਿਲਕੁਲ ਚੇਂਜ ਹੋ ਚੁੱਕੀਆਂ ਨੇ।
ਤੇ ਮੈਨੂੰ ਬਹੁਤ ਮੈਨੂੰ ਇੰਝ ਲੱਗਦਾ ਹੁੰਦਾ ਕਿ ਮੇਰੇ ਮੰਮੀ ਵੀ ਕਹਿੰਦੇ ਹੁੰਦੇ ਆ ਕਿ ਇੰਨਾ ਮੈਂ ਕੰਮ ਨਹੀਂ ਸੀ ਕਰ ਸਕਦੀ। ਜਦੋਂ ਮੈਂ ਇੱਥੇ ਕੈਨੇਡਾ ਵੀ ਆਈ ਸੀਗੀ ਉਦੋਂ ਵੀ ਕਿਉਂਕਿ ਤੁਸੀਂ ਹੋਸਟਲ ਤੋਂ ਆਉਂਦੇ ਹੈਗੇ ਹੋ ਤੇ ਪਰ ਮੈਂ ਵੀ ਹੈਰਾਨ ਹੁੰਦੀ ਹਾਂ ਕਈ ਵਾਰੀ ਜਦੋਂ ਤੁਹਾਡੇ ਸਿਰ ਤੇ ਪੈਂਦੀ ਸਾਰਾ ਕੁਝ ਹੀ ਹੋ ਜਾਂਦਾ ਤੇ ਮੈਨੂੰ ਫਿਰ ਮੈਂ ਕਈ ਵਾਰੀ ਇਹ ਵੀ ਸੋਚਦੀ ਹਾਂ ਕਿ ਮੇਰੀਆਂ ਬੇਟੀਆਂ ਵੀ ਇਸੇ ਤਰ੍ਹਾਂ ਕਰ ਲੈਣਗੀਆਂ। ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਆ ਸਾਰੇ ਪੈਰੈਂਟਸ ਇਸੇ ਤਰ੍ਹਾਂ ਸੋਚਦੇ ਪਰ ਜਦੋਂ ਬੱਚਿਆਂ ਤੇ ਪੈਂਦੀਆਂ ਉਹ ਮੇਰੇ ਖਿਆਲ ਸਾਡੇ ਨਾਲੋਂ ਜ਼ਿਆਦਾ ਕਾਮਯਾਬ ਹੋਣਗੇ। ਇਹ ਗੱਲਾਂ ਜਿਹੜੀਆਂ ਕਿ ਮੈਂ ਛੋਟੀ ਹੁੰਦੀ ਕਾਫੀ ਕਈ ਗੱਲਾਂ 'ਚ ਮੈਨੂੰ ਲੱਗਦਾ ਹੁੰਦਾ ਕਿ ਮੈਂ ਕਾਫੀ ਕੁਆਇਟ ਹੁੰਦੀ ਸੀ, ਮੈਂ ਡਰਪੋਕ ਵੀ ਕਾਫੀ ਸੀਗੀ ਤੇ ਪਰ ਹੁਣ ਉਹ ਚੀਜ਼ਾਂ ਮੇਰੇ 'ਚ ਨਹੀਂ ਹੈਗੀਆਂ। ਤੁਹਾਨੂੰ ਲਾਈਫ ਬਹੁਤ ਕੁਝ ਸਿਖਾ ਦਿੰਦੀ ਹੈ ਜਦੋਂ ਤੁਸੀਂ ਲਾਈਫ ਦੇ ਇਕੱਲੇ ਖਾਸ ਕਰਕੇ ਜਦੋਂ ਤੁਹਾਡੇ ਪੇਰੈਂਟਸ ਦੀ ਪ੍ਰੋਟੈਕਸ਼ਨ ਹੁੰਦੀ ਹੈ। ਦੈਟ ਇਜ਼ ਮਾਈ ਐਕਸਪੀਰੀਅੰਸ। ਉਦੋਂ ਤੱਕ ਤੁਸੀਂ ਉਹਨਾਂ ਦੇ ਸਿਰ ਤੇ ਤੁਸੀਂ ਜ਼ਿਆਦਾ ਕੁਝ ਕੰਮ ਨਹੀਂ ਕਰਦੇ ਹੈਗੇ ਪਰ ਜਦੋਂ ਤੁਸੀਂ ਇਕੱਲੇ ਰਹਿ ਜਾਂਦੇ ਤੁਹਾਨੂੰ ਲੱਗਦਾ ਕਿ ਹੁਣ ਤੁਹਾਨੂੰ ਕਰਨਾ ਪੈਣਾ ਹੀ ਹੈ। ਉਦੋਂ ਫਿਰ ਜਿਹੜੀਆਂ ਤੁਹਾਨੂੰ ਵੈਲਿਊਜ਼ ਮਿਲੀਆਂ ਹੁੰਦੀਆਂ ਤੁਸੀਂ ਅਪਲਾਈ ਕਰਦੇ ਹੋ ਤੇ ਯੂ ਥਰਾਈਵ। ਤੇ ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਦਿਸ ਇਜ਼ ਦਾ ਅਪਡੇਟਡ ਵਰਜ਼ਨ ਆਫ ਸੋਨੀਆ ਸਿੱਧੂ। ਬਿਲਕੁਲ ਜੀ, ਜਦੋਂ ਸਿਰ ਤੇ ਪੈਂਦੀ ਹੈ ਉਦੋਂ ਫਿਰ ਸਾਰਾ ਕੁਝ ਹੀ ਫਿਰ ਲੱਗਦਾ ਕਿ ਪਰਫੈਕਟ ਕਰਕੇ ਦੇਖੀਏ ਤੇ ਇਹਦੇ 'ਚ 100% ਤੁਸੀਂ ਐਫਰਟਸ ਪਾਓ ਤਾਂ ਕਿ ਉਹ ਸਕਸੈਸਫੁਲ ਹੋ ਸਕੇ। ਡੈਫੀਨਿਟਲੀ ਤੁਸੀਂ ਆਪਣਾ ਰੋਲ ਬਹੁਤ ਚੰਗੇ ਤਰੀਕੇ ਨਾਲ ਨਿਭਾ ਵੀ ਰਹੇ ਹੋ। ਜਦੋਂ ਪਹਿਲੀ ਵਾਰ ਤੁਸੀਂ ਆਟਵਾ ਪਹੁੰਚੇ ਸੀ ਐਜ਼ ਅ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਪਹਿਲੀ ਵਾਰ ਉੱਥੇ ਗਏ, ਉਹ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ? ਉਹ ਬਿਲਕੁਲ ਡਿਫਰੈਂਟ ਸੀ। ਥੋੜ੍ਹਾ ਜਿਹਾ ਉਹ ਡਰ ਵਾਲਾ ਵੀ ਕਹਿ ਸਕਦੇ ਹੋ ਤੁਸੀਂ ਕਿਉਂਕਿ ਤੁਹਾਨੂੰ ਕੋਈ ਐਕਸਪੀਰੀਅੰਸ ਨਹੀਂ, ਤੁਸੀਂ ਫਸਟ ਟਾਈਮ ਉੱਥੇ ਯੂ ਡੋਂਟ ਨੋ ਐਨੀਥਿੰਗ ਪਰ ਸਪੋਰਟ ਇੰਨੀ ਉੱਥੇ ਹੈਗੀ ਆ ਤੁਹਾਨੂੰ ਤੁਹਾਡੇ ਕੋਲੀਗਸ ਦੀ ਤੁਹਾਡੇ ਸਟਾਫ ਦੀ ਅਤੇ ਤੁਹਾਨੂੰ ਫਿਰ ਹੌਲੀ ਹੌਲੀ ਤੁਸੀਂ ਐਵਰੀਡੇ ਲਰਨਿੰਗ ਅਪਰਚੁਨਿਟੀ ਸਿਸਟਮ ਵੀ ਬਹੁਤ ਅੱਛਾ ਹੈਗਾ ਤਾਂ ਕਿ ਤੁਸੀਂ ਹੌਲੀ ਹੌਲੀ ਫਿਰ ਤੁਸੀਂ ਪੂਰਾ ਤੁਹਾਡੇ ਕੋਲ ਕੰਫਰਟ ਲੈਵਲ ਜਿਹੜਾ ਤੁਹਾਡਾ ਉਹ ਸੈਟਅਪ ਹੋ ਜਾਂਦਾ ਪਰ ਦੇਰ ਇਜ਼ ਆਲਵੇਜ਼ ਤੁਹਾਡੇ ਸਟੱਡੀ ਨਿਊ ਲਰਨਿੰਗ ਅਨਸ ਤੁਹਾਡਾ ਜਿਹੜਾ ਹੈਗਾ ਤੁਸੀਂ ਅਡੈਪਟ ਕਰਨ ਦਾ ਹੋਵੇ ਬਹੁਤ ਹੀ ਤੁਸੀਂ ਲਰਨ ਕਰ ਸਕਦੇ ਹੈਗੇ ਹੋ। ਸਭ ਤੋਂ ਵੱਡਾ ਚੈਲੰਜ ਅਸੀਂ ਕਹੀਏ ਤੁਹਾਡੀ ਲਾਈਫ ਵਿੱਚ ਕੀ ਆਇਆ ਇਸ ਪੂਰੇ ਟੈਨਿਓਰ ਵਿੱਚ? ਬਿਲਕੁਲ ਜੀ, ਮੇਰੇ ਖਿਆਲ ਜਿਹੜਾ ਮੈਂ ਸੋਚਦੀ ਹੈਗੀ ਹਾਂ ਕਿ ਬੈਲੈਂਸ ਤਾਂ ਮੇਰੇ ਲਾਈਫ ਦੇ ਵਿੱਚ ਮੋਸਟਲੀ ਆਇਆ ਕਿ ਥੋੜ੍ਹਾ ਜਿਹਾ ਫੈਮਲੀ ਨੂੰ ਟਾਈਮ ਦੇਣਾ, ਬੱਚਿਆਂ ਨੂੰ ਟਾਈਮ ਦੇਣਾ, ਉਹ ਥੋੜ੍ਹਾ ਜਿਹਾ ਇਹ ਸਾਨੂੰ ਟਾਈਮ ਕੱਢਣਾ ਪੈਣਾ ਹੈਗਾ। ਅਤੇ ਅਦਰ ਦੈਨ ਦੈਟ ਆਫਿਸ ਆਟਵਾ ਜਾਣਾ ਉਹ ਤੇ ਚਲੋ ਕੰਮ ਵਾਸਤੇ ਜਾਣਾ ਜਿਵੇਂ ਮੋਸਟਲੀ ਜਿਨ੍ਹਾਂ ਦੇ ਬੱਚੇ ਛੋਟੇ ਹੈਗੇ ਜਿਨ੍ਹਾਂ ਐਮਪੀਜ਼ ਦੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈਗੀ ਹੈ ਅਤੇ ਮੈਂ ਆਮ ਲੱਕੀ ਇਨ ਦੈਟ ਵੇ ਕਿ ਮੇਰੇ ਬੱਚੇ ਗਰੋਨ ਅਪ ਆ। ਐਟ ਦਾ ਐਂਡ ਆਪਣੀ ਫੈਮਿਲੀ ਨੂੰ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਕੰਪਲੇਨਸ ਹੈਗੀਆਂ ਤੁਹਾਡੇ ਤੋਂ ਜਾਂ ਫਿਰ ਜਿਹੜੇ ਤੁਹਾਡੇ ਰਾਈਡਿੰਗ ਦੇ ਲੋਕ ਨੇ ਜਾਂ ਹੋਰ ਕਮਿਊਨਿਟੀਜ਼ ਹੈਗੀਆਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਦੇਖੋ ਜੀ, ਜਦੋਂ ਤੁਸੀਂ ਪਬਲਿਕ ਸਰਵਿਸ ਦੇ ਵਿੱਚ ਆਉਂਦੇ ਹੋ ਹਮੇਸ਼ਾ ਹੀ ਕੁਝ ਦੇਣ ਵਾਸਤੇ ਕੁਝ ਥੋੜ੍ਹਾ ਜਿਹਾ ਖੋਣਾ ਪੈਂਦਾ ਹੀ ਹੈਗਾ। ਆਈ ਨੋ ਐਜ਼ ਏ ਨਿਊ MP ਮੁਸ਼ਕਿਲ ਲੱਗਦਾ ਬੈਲੈਂਸ ਕਰਨਾ, ਲਾਈਫ ਬੈਲੈਂਸ ਅਤੇ ਵਰਕ ਬੈਲੈਂਸ ਇਹਦੇ 'ਚ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈਗੀ ਆ ਅਤੇ ਉਹ ਥੋੜ੍ਹੀ ਜਿਹੀ ਮੈਨੂੰ ਵੀ ਆਈ ਹੈਗੀ ਆ। ਆਈ ਨੋ ਇਸ ਵਾਰੀ ਬੱਚੇ ਆਏ ਮੈਂ ਟਾਈਮ ਨਹੀਂ ਦੇ ਪਾਈ ਅਤੇ ਨੈਕਸਟ ਟਾਈਮ ਮੈਂ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਮਿਸ ਕੀਤਾ ਕਿ ਨੈਕਸਟ ਟਾਈਮ ਫॉर श्योर ਅਸੀਂ ਸਾਰੇ ਰਲ ਕੇ ਥੋੜ੍ਹਾ ਜਿਹਾ ਕਰਾਂਗੇ ਪਰ ਇਹ ਥੋੜ੍ਹੀ ਜਿਹੀ ਹੈਗੀ ਆ ਔਰ ਨੈਕਸਟ ਈਅਰ ਅਸੀਂ ਕੋਸ਼ਿਸ਼ ਕਰੂੰਗੀ ਕਿ ਮੈਂ ਥੋੜ੍ਹਾ ਜਿਹਾ ਬੈਲੈਂਸ ਕਰ ਸਕਾਂ। ਅਤੇ ਆਈ ਨੋ ਬੱਚਿਆਂ ਦੀ ਥੋੜ੍ਹੀ ਜਿਹੀ ਕੰਪਲੇਂਟ ਉਹਨਾਂ ਨੇ ਤੁਹਾਨੂੰ ਵੀ ਕਰ ਰਹੇ ਸੀਗੇ ਸੋ ਇਹ ਥੋੜ੍ਹੀ ਜਿਹੀ ਜ਼ਰੂਰ ਹੈਗੀ ਮੁਸ਼ਕਲ ਜਿਹੜੀ ਹੈ ਕਿ ਬੈਲੈਂਸ ਕਰਨ ਦਾ ਫੈਮਿਲੀ ਲਾਈਫ ਅਤੇ ਵਰਕ ਬੈਲੈਂਸ ਦਾ ਥੋੜ੍ਹਾ ਜਿਹਾ ਜਿਹੜਾ ਹੈਗਾ ਉਹ ਐਜ਼ ਏ ਨਿਊ MP ਸਾਰਿਆਂ ਨੂੰ ਹੀ ਆਉਂਦੀ ਹੋਊਗੀ ਉਹ ਥੋੜ੍ਹਾ ਜਿਹਾ ਅਸੀਂ ਸਿੱਖ ਰਹੇ ਹਾਂ ਕਿ ਕਿਵੇਂ ਬੈਲੈਂਸ ਕੀਤਾ ਜਾਵੇ। ਥੈਂਕ ਯੂ ਸੋ ਮਚ ਸੋਨੀਆ ਜੀ, ਤੁਸੀਂ ਬਿਜ਼ੀ ਸਕੇਜੂਲ ਤੋਂ ਸਾਡੇ ਲਈ ਟਾਈਮ ਕੱਢਿਆ ਤੇ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਥੈਂਕ ਯੂ ਸੋ ਮਚ, ਵੀ ਵਿਸ਼ ਯੂ ਆਲ ਦ ਵੈਰੀ ਬੈਸਟ। ਥੈਂਕ ਯੂ ਫॉर ਹੈਵਿੰਗ ਮੀ ਔਨ PTC ਤੇ ਹਮੇਸ਼ਾ ਹੀ ਤੁਸੀਂ ਸਾਡਾ ਮੈਸੇਜ ਜਿਹੜਾ ਕਮਿਊਨਿਟੀ ਨੂੰ ਸਪਰੈਡ ਕਰਦੇ ਹੈਗੇ ਹੋ। ਥੈਂਕ ਯੂ ਵੈਰੀ ਮਚ। ਇਤਿਹਾਸ ਪੰਜਾਬੀਆਂ ਦੇ ਇਸ ਸਿਲਸਿਲੇ ਵਿੱਚ ਜਿੱਥੇ ਅਸੀਂ ਇਤਿਹਾਸ ਦੇ ਪੰਨੇ ਫਰੋਲ ਰਹੇ ਹਾਂ, ਇਤਿਹਾਸ ਨੂੰ ਇੱਕ ਵਾਰੀ ਫੇਰ ਤੋਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਤੇ ਹੀ ਕੁਝ ਉਹਨਾਂ ਪੰਜਾਬੀਆਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਕੈਨੇਡਾ ਵਿੱਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਫਿਲਹਾਲ ਅੱਜ ਦੇ ਐਪੀਸੋਡ ਵਿੱਚ ਬਸ ਇੰਨਾ ਹੀ। ਸਾਨੂੰ ਦਿਓ ਇਜਾਜ਼ਤ। ਅਗਲੇ ਹਫਤੇ ਕੁਝ ਅਜਿਹੇ ਹੀ ਹੋਰ ਇਤਿਹਾਸ ਦੀਆਂ ਗੱਲਾਂ ਤੇ ਕੁਝ ਖਾਸ ਮਹਿਮਾਨਾਂ ਦੇ ਨਾਲ ਮੁਲਾਕਾਤ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਸੋ ਮਿਲਾਂਗੇ ਨੈਕਸਟ ਵੀਕ। ਟਿਲ ਦੈਨ ਗੁੱਡ ਬਾਏ ਐਂਡ ਟੇਕ ਕੇਅਰ।